Good morning, students. Now we will discuss the topic number 7th of 14th chapter. ਅੱਜ ਆਪਾਂ ਡਿਸਕਸ ਕਰਨਾ ਕਿ ਟਾਈਪਸ ਆਫ ਪਬਲਿਕ ਐਕਸਪੈਂਡੀਚਰ ਕੀ ਹੁੰਦੀ ਆ। ਠੀਕ ਹੈ, ਜਨਤਕ ਖਰਚੇ ਜਿਹੜੇ ਕੀਤੇ ਜਾਂਦੇ ਆ ਉਹਦੀਆਂ ਕਿਹੜੀਆਂ ਕਿਸਮਾਂ। ਠੀਕ ਹੈ, ਟਾਈਪਸ ਆਫ ਪਬਲਿਕ ਐਕਸਪੈਂਡੀਚਰ। ਠੀਕ ਹੈ, ਜਿਹੜੇ ਪਬਲਿਕ ਲਈ ਸਰਕਾਰ ਆ ਜਿਹੜੀ ਗਵਰਨਮੈਂਟ ਆ ਖਰਚੇ ਕਰਦੇ ਆ ਉਹਦੀ ਕਿੰਨੀਆਂ ਕਿਸਮਾਂ ਹੁੰਦੀਆਂ। ਫਸਟ ਦੇਖੋ ਪਲਾਨ ਐਕਸਪੈਂਡੀਚਰ, ਜਿਹਨੂੰ ਯੋਜਨਾ ਖਰਚੇ ਕਿਹਾ ਜਾਂਦਾ। ਠੀਕ ਹੈ, ਨਾਮ ਤੋਂ ਹੀ ਕਲੀਅਰ ਹੈ, ਜਿਵੇਂ ਪਲਾਨ ਮਤਲਬ ਜਿਹੜੇ ਪਹਿਲਾਂ ਤੋਂ ਪਲਾਨ ਹੋਣ ਵੀ ਆਹ ਵਾਲੇ ਫਾਈਨੈਂਸ਼ੀਅਲ ਈਅਰ 'ਚ ਅਸੀਂ ਆਹ ਵਾਲੇ ਖਰਚੇ ਕਿੱਥੇ ਕਰਨੇ ਆ। ਠੀਕ ਹੈ, ਮਤਲਬ ਉਹਨਾਂ ਦੀ ਕੋਈ ਯੋਜਨਾ ਬਣਾਈ ਹੁੰਦੀ ਹੈ, ਤਾਂ ਕਰਕੇ ਇਹਨੂੰ ਯੋਜਨਾ ਖਰਚੇ ਕਿਹਾ ਜਾਂਦਾ। ਦੇਖੋ plan expenditure refers to that expenditure which is incurred by the government to fulfill its planned development programs। ਠੀਕ ਹੈ, ਦੇਖੋ ਜਿਹੜੀ ਸਰਕਾਰ ਕੀ ਕਹਿੰਦੀ ਹੈ, ਕਾਹਦੇ ਲਈ ਕਰਦੀ ਹੈ, ਟੂ ਫੁੱਲਫਿਲ ਮਤਲਬ ਕਿਹਨੂੰ ਪੂਰਾ ਕਰਨ ਲਈ, ਆਪਣੇ ਜਿਹੜੇ ਪਲਾਨ ਯੋਜਨਾਬੱਧ ਵਿਕਾਸ ਯੋਜਨਾਵਾਂ ਮਤਲਬ ਉਹਨਾਂ ਨੇ ਜੋ ਵੀ ਆਪਣੀ ਕੰਟਰੀ ਦੇ ਲਈ ਯੋਜਨਾਵਾਂ ਬਣਾਈਆਂ ਹੁੰਦੀਆਂ, ਪ੍ਰੋਗਰਾਮਸ ਬਣਾਏ ਹੁੰਦੇ ਆ। ਠੀਕ ਹੈ, ਆਪਣੇ ਦੇਸ਼ ਦਾ ਵਿਕਾਸ ਕਰਨ ਦੇ ਲਈ ਉਹਦੇ ਤੇ ਖਰਚਾ ਕਰਦੀ ਹੈ। ਠੀਕ ਹੈ, ਉਹਨੂੰ ਕੀ ਕਿਹਾ ਜਾਂਦਾ, ਯੋਜਨਾ ਖਰਚੇ ਕਹੇ ਜਾਂਦੇ ਜਾਂ ਫਿਰ ਪਲਾਨਡ ਐਕਸਪੈਂਡੀਚਰ ਕਿਹਾ ਜਾਂਦਾ। ਜਿਵੇਂ ਰੋਡਸ ਵਗੈਰਾ ਤੇ ਠੀਕ ਹੈ ਰੋਡ ਮੈਪ ਬਣਾਏ ਜਾਂਦੇ ਆ ਸਰਕਾਰ ਦੇ ਦੁਆਰਾ, ਮਤਲਬ ਵੀ ਹੁਣ ਅਸੀਂ ਆਹ ਵਾਲੇ ਰੋਡ ਬਣਾਉਣੇ ਆ। ਠੀਕ ਹੈ, ਇਹ ਮਤਲਬ ਪਹਿਲਾਂ ਹੀ ਯੋਜਨਾ ਬਣਾਈ ਹੁੰਦੀ ਆ। ਐਗਰੀਕਲਚਰ ਤੇ ਠੀਕ ਹੈ ਖੇਤੀਬਾੜੀ ਤੇ ਜੋ ਖਰਚੇ ਕਰਦੀ ਆ, ਪਾਵਰ ਬਿਜਲੀ ਤੇ ਜੋ ਖਰਚੇ ਕਰਦੀ ਆ, ਹੈਲਥ ਸਿਹਤ ਵਿਭਾਗ ਜਾਣੀ ਕਿ ਹਸਪੀਟਲ ਬਣਾਉਣਾ। ਠੀਕ ਹੈ, ਜਾਂ ਫਿਰ ਜਿਹੜੇ ਬਿਮਾਰ ਆ ਪੇਸ਼ੈਂਟਸ ਵਗੈਰਾ ਨੂੰ ਕੀ ਆ ਪ੍ਰੋਵਾਈਡ ਕਰਨੀਆਂ ਸਰਵਿਸਿਜ਼। ਠੀਕ ਹੈ, ਉਹ ਕੀ ਆ ਪਲਾਨਡ ਐਕਸਪੈਂਡੀਚਰ ਦੇ ਅੰਡਰ ਆ ਜਾਂਦੇ ਆ। ਇਸ ਤੋਂ ਨੈਕਸਟ ਹੈ ਕਿ ਨॉन ਪਲਾਨਡ ਐਕਸਪੈਂਡੀਚਰ ਕੀ ਆ। ਠੀਕ ਹੈ, ਪਲਾਨ ਐਕਸਪੈਂਡੀਚਰ ਪੜ੍ਹ ਲਿਆ, ਹੁਣ ਆਪਾਂ ਨੌਨ ਪੜਾਂਗੇ। ਠੀਕ ਹੈ, ਦੇਖੋ ਗੈਰ ਯੋਜਨਾਬੱਧ ਖਰਚੇ ਮਤਲਬ ਉਹ ਖਰਚੇ ਜਿਨ੍ਹਾਂ ਦੀ ਸਰਕਾਰ ਨੇ ਯੋਜਨਾ ਨਹੀਂ ਬਣਾਈ, ਅਚਾਨਕ ਆ ਜਾਂਦੇ ਆ। ਠੀਕ ਹੈ, ਉਹ ਪਤਾ ਨਹੀਂ ਹੁੰਦੇ ਵੀ ਸਰਕਾਰ ਨੇ ਆਹ ਖਰਚੇ ਵੀ ਆਹ ਸਾਲ ਦੇ ਵਿੱਚ ਕੀ ਖਰਚੇ ਹੋਣਗੇ, ਜਾਂ ਯੋਜਨਾ ਤੋਂ ਬਾਅਦ ਜਿਹੜੇ ਖਰਚੇ ਹੁੰਦੇ ਆ ਉਹਨੂੰ ਨॉन ਪਲਾਨਡ ਕੀ ਆ ਐਕਸਪੈਂਡੀਚਰ ਕਿਹਾ ਜਾਂਦਾ। ਨॉन ਪਲਾਨ ਐਕਸਪੈਂਡੀਚਰ ਰੈਫਰਸ ਟੂ ਦਾ expenditure which is beyond the scope of its planned development program। ਦੇਖੋ ਬਿਯੋਂਡ ਮਤਲਬ ਕਿਹਦੇ ਤੋਂ ਬਾਹਰ ਹੁੰਦੇ ਆ, ਉਹ ਜਿਹੜੇ ਪਲਾਨ ਬਣਾਏ ਹੁੰਦੇ ਆ। ਸਰਕਾਰ ਨੇ ਪਲਾਨ ਬਣਾਇਆ ਵੀ ਅਸੀਂ ਆਹ ਵਾਲੇ ਸਾਲ ਇੰਨੇ ਖਰਚੇ ਕਰਨੇ ਆ, ਪਰ ਉਸ ਤੋਂ ਐਕਸਟਰਾ ਕਹਿੰਦੇ ਉਹ ਸਕੋਪ ਤੋਂ ਐਕਸਟਰਾ ਜਿਹੜੇ ਵੀ ਖਰਚੇ ਹੋ ਜਾਂਦੇ ਆ ਸਰਕਾਰ ਦੇ। ਠੀਕ ਹੈ, ਜੋ ਉਹਨਾਂ ਦੀ ਯੋਜਨਾ ਤੋਂ ਬਾਹਰ ਹੁੰਦੇ ਆ ਉਹਨੂੰ ਕੀ ਕਿਹਾ ਜਾਂਦਾ, ਨॉन ਪਲਾਨਡ ਐਕਸਪੈਂਡੀਚਰ ਕਿਹਾ ਜਾਂਦਾ। ਅੱਗੇ ਆ ਡਿਵੈਲਪਮੈਂਟ ਐਕਸਪੈਂਡੀਚਰ, ਵਿਕਾਸ ਖਰਚਾ ਕਿਹੜੇ ਹੁੰਦੇ ਆ। ਦੇਖੋ ਐਨੀ ਐਕਸਪੈਂਡੀਚਰ ਵਿਚ ਇਜ਼ ਰਿਲੇਟਡ with the growth and the development of the country is called the development expenditure। ਠੀਕ ਹੈ, ਡਿਵੈਲਪਮੈਂਟ ਐਕਸਪੈਂਡੀਚਰ ਕਿਹੜੇ ਹੁੰਦੇ ਆ, ਵਿਕਾਸ ਖਰਚੇ ਕਿਹੜੇ ਹੁੰਦੇ ਆ, ਜਿਹੜੇ ਖਰਚੇ ਦੇਸ਼ ਦੀ ਕੀ ਆ ਗਰੋਥ ਦੇ ਨਾਲ, ਠੀਕ ਹੈ ਉਹਦੇ ਅੱਗੇ ਵਧਣ ਤੇ ਉਹਦੀ ਕੀ ਆ ਡਿਵੈਲਪਮੈਂਟ ਨਾਲ, ਉਹਦੇ ਵਿਕਾਸ ਨਾਲ ਜੁੜੇ ਹੋਏ ਹੁੰਦੇ ਆ। ਠੀਕ ਹੈ, ਮਤਲਬ ਜਿਹੜੇ ਖਰਚੇ ਦੇਸ਼ ਦੇ ਲਈ ਕੀ ਆ ਗਵਰਨਮੈਂਟ ਉਹ ਖਰਚੇ ਕਰਦੀ ਆ ਜਿਹਦੇ ਨਾਲ ਦੇਸ਼ ਦੀ ਗਰੋਥ ਹੋਵੇ। ਠੀਕ ਹੈ, ਉਹਦਾ ਵਿਕਾਸ ਹੋਵੇ ਤੇ ਉਹਦਾ ਕੀ ਆ ਡਿਵੈਲਪਮੈਂਟ ਹੋਵੇ। ਠੀਕ ਹੈ, ਕੀ ਆ ਉਹਨੂੰ ਕੀ ਕਿਹਾ ਜਾਂਦਾ, ਡਿਵੈਲਪਮੈਂਟ ਐਕਸਪੈਂਡੀਚਰ ਕਿਹਾ ਜਾਂਦਾ। ਜਿਵੇਂ ਹੁਣ ਐਜੂਕੇਸ਼ਨ ਤੇ ਖਰਚਾ ਕੀਤਾ ਜਾਂਦਾ ਉਹ ਡਿਵੈਲਪਮੈਂਟ ਆ, ਕਿਉਂਕਿ ਜਦੋਂ ਐਜੂਕੇਸ਼ਨ ਤੇ ਖਰਚਾ ਕਰੂਗੀ ਸਰਕਾਰ ਤੇ ਵਧੀਆ ਐਜੂਕੇਸ਼ਨ ਹੋਊਗੀ, ਉਹਦੇ ਨਾਲ ਬੱਚੇ ਜਿਹੜੇ ਪੜ੍ਹਨਗੇ ਠੀਕ ਹੈ ਵਧੀਆ ਢੰਗ ਨਾਲ ਪ੍ਰਪੇਅਰ ਹੋਣਗੇ ਅਗਲੇ ਫਿਊਚਰ ਦੇ ਲਈ। ਠੀਕ ਹੈ, ਇਹਦੇ ਨਾਲ ਅੱਗੇ ਜਾ ਕੇ ਕੀ ਹੈ ਦੇਸ਼ ਦੀ ਤਰੱਕੀ ਹੋਊਗੀ। ਤਾਂ ਕਰਕੇ ਇੰਡਸਟਰੀਅਲ ਐਂਡ ਐਗਰੀਕਲਚਰ, ਜੇ ਐਗਰੀਕਲਚਰ ਤੇ ਇੰਡਸਟਰੀਅਲ ਜਿਹੜੇ ਸੈਕਟਰਸ ਆ ਉਹ ਸਟਰੋਂਗ ਹੋਣਗੇ ਤਾਂ ਹੀ ਕੀ ਆ ਅੱਗੇ ਆਪਣੀ ਦੇਸ਼ ਦੀ ਡਿਵੈਲਪਮੈਂਟ ਹੋਊਗੀ। ਟਰਾਂਸਪੋਰਟ ਠੀਕ ਹੈ, ਟਰਾਂਸਪੋਰਟ ਵਧੀਆ ਹੋਊਗੀ। ਠੀਕ ਹੈ, ਜਿਵੇਂ ਆਵਾਜਾਈ ਦੇ ਸਾਧਨ ਇਹਨਾਂ ਦਾ ਵਿਕਾਸ ਹੋਊਗਾ। ਠੀਕ ਹੈ, ਪਾਵਰਸ ਬਿਜਲੀ ਵਗੈਰਾ ਸਾਰਿਆਂ ਨੂੰ ਵਧੀਆ ਮਿਲੂਗੀ, ਇੰਡਸਟਰੀ ਨੂੰ ਵੀ ਤੇ ਐਗਰੀਕਲਚਰ ਨੂੰ। ਠੀਕ ਹੈ, ਇਹਦੇ ਤੇ ਜਿਹੜੇ ਵੀ ਖਰਚੇ ਕੀਤੇ ਜਾਂਦੇ ਆ ਸਰਕਾਰ ਦੁਆਰਾ ਉਹਨੂੰ ਡਿਵੈਲਪਮੈਂਟ ਐਕਸਪੈਂਡੀਚਰ ਕਿਹਾ ਜਾਂਦਾ। ਇਸ ਤੋਂ ਹੈਗਾ ਨॉन ਡਿਵੈਲਪਮੈਂਟ ਐਕਸਪੈਂਡੀਚਰ, ਉਹ ਖਰਚੇ ਜਿਨ੍ਹਾਂ ਨਾਲ ਸਰਕਾਰ ਦੀ ਕੀ ਆ ਜਾਂ ਫਿਰ ਦੇਸ਼ ਦੀ ਕੋਈ ਵੀ ਡਿਵੈਲਪਮੈਂਟ ਨਹੀਂ ਹੁੰਦੀ, ਪਰ ਫਿਰ ਵੀ ਸਰਕਾਰ ਨੂੰ ਉਹ ਖਰਚੇ ਕਰਨੇ ਪੈਂਦੇ ਆ, ਜਿਹਨੂੰ ਗੈਰ ਵਿਕਾਸ ਖਰਚਾ ਕਿਹਾ ਜਾਂਦਾ, ਜਿਹਦੇ ਨਾਲ ਕੋਈ ਵੀ ਵਿਕਾਸ ਨਹੀਂ ਹੁੰਦਾ ਕੰਟਰੀ ਦਾ। ਥੀਸ ਆਰ ਦਾ ਐਕਸਪੈਂਡੀਚਰਸ ਵਿਚ do not help to promote the rate of economic development। ਠੀਕ ਹੈ, ਇਹਦੇ ਨਾਲ ਕੀ ਆ ਕੋਈ ਵੀ ਪ੍ਰਮੋਟ ਨਹੀਂ ਹੁੰਦੀ ਕਾਹਦੀ ਡਿਵੈਲਪਮੈਂਟ, ਕਿਸੇ ਵੀ ਇਕੋਨਮੀ ਦੀ ਡਿਵੈਲਪਮੈਂਟ ਹੈ ਜਿਹੜੀ ਉਹਨੂੰ ਕੀ ਆ ਪ੍ਰਮੋਸ਼ਨ ਨਹੀਂ ਮਿਲਦਾ, ਮਤਲਬ ਉਹ ਪ੍ਰਮੋਟ ਨਹੀਂ ਹੁੰਦੀ, ਪ੍ਰੋਤਸਾਹਨ ਨਹੀਂ ਮਿਲਦਾ। ਠੀਕ ਹੈ, ਉਹਦੇ ਨਾਲ ਕੀ ਆ ਦੇਸ਼ ਦੀ ਤਰੱਕੀ ਨਹੀਂ ਹੁੰਦੀ।
देखो हुण ये किहड़े-किहड़े खर्चे आ जिहड़े नॉन डिवेलपमेंट एक्सपेंडिचर दे अंडर आ जांदे आ। देखो डिफेंस ते हुण देखो आर्मी वगैरह है, ठीक है, सुरक्षा करदी है अपने देश दी। ये सिर्फ सुरक्षा करदे आ, उहदे नाल कोई विकास नहीं हुंदा अपने देश दा, ठीक है। उन्हां ते डिफेंस ते कीता गया खर्चा। मेनटेनेंस ऑफ लॉ एंड ऑर्डर मतलब जिहड़े कानून बनाउणा ते, ठीक है, सुप्रीम कोर्ट वगैरह सारियां दे जिहड़े ऑर्डर्स वगैरह बनाए जांदे उन्हां ते जिहड़ा भी खर्चा आउंदा वो भी नॉन डिवेलपमेंट है, इहदे नाल डिवेलपमेंट नहीं हुंदी, ठीक है। ये सिर्फ की है एक उन्होंने मेनटेन करन दे लई देश दे विच शांति बनाए रखण लई खर्चे आ जिहड़े करने पैंदे आ। पेमेंट ऑफ ओल्ड एज पेंशनस मतलब जिहड़े ओल्ड एज परसन हुंदे बजुर्ग हुंदे उन्हां दी पेंशनस दिंदे आ, ठीक है, वो भी नॉन डिवेलपमेंट उहदे नाल देश दी तरक्की नाल की है कोई भी संबंध नहीं हैगा। इहनूं की कहा जांदा है गैर विकास खर्चे कहा जांदा। इस तो अगे आ रीअकरिंग एक्सपेंडिचर जिन्हों आवर्ती खर्चे कहा जाता है। इट इज़ द एक्सपेंडिचर विच इज़ टू बी इनकर्ड रैगुलरी मतलब जेड़े खर्चे सरकार नूं रोज़ की तरह ही करने पैंदे आ, इहदा खर्चा सरकार नूं आउंदा ही रहिंदा रोज़ की तरह, ठीक है, रैगुलरी मतलब इहदा जिहड़ा भी आपां फर्स्ट आ डिफेंस इहदी बहुत वड्डी एग्जाम्पल है, ठीक है, जिहड़ी सुरक्षा करदे आ देश दी अपने आर्मी वगैरह पुलिस वगैरह, ठीक है, वो की है खर्चा आवर्ती खर्चा क्योंकि वो हमेशा की तरह की है सरकार नूं उहदे लई सारा कुछ प्रोवाइड रखना ही पैंदा कदों भी की आ कोई भी वॉर वगैरह लग सकती है, ठीक है। ये की है रोज़ तरह के खर्चे आ जिहड़े जिन्हां नूं की कहा जाता रीअकरिंग खर्चे कहा जाता एक्सपेंडिचर कहा जाता। इस तो इलावा एजुकेशन जिमें जिमें इंप्रूवमेंट चाहिए आ तो रोज़ के वांगू ही की अपने जी सरकार नूं नवीं नवीं नीतियां अपनाउणियां पैंदियां खर्चे करने पैंदे आ एजुकेशन ते, ठीक है, ये भी रैगूलर के अंडर ही रखे जाते हैं। इस तो बिना हैल्थ, ठीक है, डॉक्टर वगैरह जो हॉस्पिटल आ गौरमेंट हॉस्पिटल्स आ उहदे विच मैडिसन वगैरह, ठीक है, ये भी खर्चे की है रोज़ की तरह रैगूलरली आउंदे रहिंदे आ सरकार नूं, ठीक है। इस तो अगे आ नॉन रीअकरिंग एक्सपेंडिचर अनआवर्ती खर्चे, ठीक है। इट इज़ द एक्सपेंडिचर विच इज़ नॉट टू बी इनअकर्ड रैगूलरली कहते रोज़ की तरह नहीं आते, ठीक है, रीअकरिंग एक्सपेंडिचर के वांगू रैदर की कहते हैं विच इज़ इनकर्ड डिपेंडिंग ऑन द सरकमस्टेंसिस होंगे मतलब कुछ जो कई बार इहो ਜਿਹੇ हालात बन जाते हैं, ठीक है, वो रोज़ की तरह तो नहीं होंगे खर्चे, ठीक है, कई बार की अपने देश में इहो ਜਿਹੀ मतलब सिचुएशन बन जाती है, इहो ਜਿਹੇ हालात हो जाते, इहो ਜਿਹੀ परिस्थितियां आ जांदियां भी सरकार नूं खर्चा करना पैंदा, ठीक है। जिवें हुण अपने ड्यूरिंग करोना वायरस करके सरकार नूं बहुत ज़्यादा खर्चा करना पै रहा, ये की है नॉन रीअकरिंग एक्सपेंडिचर एक तरह का, ठीक है, जो सरकार नूं करना पै रहा किसी सिचुएशन के अंडर करना पै रहा, ठीक है, डिपेंड करता सिचुएशन दे विच भी अपनी कंट्री दे विच की सिचुएशन बनी हुई है। देखो एक्सपेंडिचर ऑन रिलीफ ऑफ फंड फॉर फ्लड और फैमिन विक्टम्स देखो कहते जो कि कई बार देश के हड़ वगैरह आ जाते हैं सोका वगैरह पै जाती है भुखमरी पै जाती है, ठीक है, तो ये की हो जाता सरकार नूं की है उहदे रिलीफ के लिए फंड जारी करने पैंदे आ जिवें ड्यूरिंग करोना वायरस सरकार ने बहुत तरह के की है फंड जारी कीती है, वो भी की है एक आवर्ती खर्चे दे विच उहनूं की है रखिया जाता है, ठीक है। हुण अगे आपां डिस्कस करते हैं भी इंपोर्टेंस ऑफ पब्लिक एक्सपेंडिचर मतलब की है जनतक खर्चे जिहड़े सरकार द्वारा किए जाते हैं उहदी की महत्ता की इंपोर्टेंस है, ठीक है, की हुंदा उहदे नाल देश नूं की फायदा हुंदा। देखो एक्सेलरेट रेट ऑफ इकनॉमिक ग्रोथ आर्थिक विकास की दर विच वाधा हुंदा, ठीक है, जो सरकार की है कोई भी खर्चे करती है, ठीक है, पब्लिक एक्सपेंडिचर करती है उहदे नाल की है देश दा आर्थिक विकास की है उहदे विच की है वाधा हुंदा। देखो पब्लिक एक्सपेंडिचर इज़ नैसेसरी फॉर द डिवेलपमेंट ऑफ लैस डिवेलप्ड कंट्रीज़, ठीक है, लैस डिवेलप्ड कंट्री मतलब अपने वर्गियां इंडिया वर्गियां कंट्रीज़ के लिए की है पब्लिक एक्सपेंडिचर बहुत जरूरी है क्योंकि आपां की है देश का विकास करना। ਜਦੋਂ ਕਹਿੰਦੇ गवर्नमेंट एक्सपेंडिचर करती है पब्लिक एक्सपेंडिचर करती है ਉਹਦੇ ਨਾਲ की हो जाता पब्लिक एक्सपेंडिचर मतलब वो रोड्स ते खर्चे करती है डैम्स बनाती है न्यू इंडस्ट्रीज लगाती है, ठीक है, पावर प्रोजैक्ट बिजली के प्रोजैक्ट बनाती है ਉਹਦੇ ਨਾਲ की है देश की है ग्रोथ होंदी है तरक्की होंदी है, ठीक है। इस तो अगे की करती है चैक डिफलेशन की होंदी है जदों की आ मंदी आ जाती है मतलब सारिਆਂ ਦੇ की है प्राइस घटन लग जाते हैं, ठीक है। मुद्रा असफीति ते नियंत्रित करने ਲਈ की आ पब्लिक एक्सपेंडिचर किया जाता है इनू खत्म करने ਲਈ, ठीक है। प्रोफैसर केन्स वॉज ऑफ द व्यू दैट विद पब्लिक एक्सपेंडिचर द एग्रीगेटेड डिमांड कैन बी इनक्रीज्ड इन द इकॉनमी, ठीक है,
ਕੀ ਕਹਿੰਦੇ ਆ ਕੀਨਜ਼ ਦੇ ਦੁਆਰਾ ਪ੍ਰੋਫੈਸਰ ਕੀਨਜ਼ ਨੇ ਕਿਹਾ ਕਹਿੰਦੇ ਜਿਵੇਂ ਜਿਵੇਂ ਸਰਕਾਰ ਕੀ ਹੈ ਪਬਲਿਕ ਐਕਸਪੈਂਡੀਚਰ ਵਧਾਈ ਜਾਊਗੀ ਉਹਦੇ ਨਾਲ ਕੀ ਆ ਦੇਸ਼ ਦੀ ਕੁੱਲ ਮੰਗ ਦੇ ਵਿੱਚ ਵਾਧਾ ਆਊਗਾ। ਓਬਵੀਅਸਲੀ ਜਦੋਂ ਦੇਸ਼ ਦੀ ਮੰਗ ਦੇ ਵਿੱਚ ਜਦੋਂ ਵਾਧਾ ਆਊਗਾ ਤੇ ਉਹਦੇ ਨਾਲ ਕੀ ਹੋਊਗਾ ਜਿਹੜੀ ਡੀਫਲੇਸ਼ਨ ਆ ਉਹ ਵੀ ਠੀਕ ਹੋ ਜੂਗੀ ਤੇ ਇਹਦੇ ਨਾਲ ਨਾਲ ਜਿਹੜੀ ਅਨਇੰਪਲੋਇਮੈਂਟ ਬੇਰੁਜ਼ਗਾਰੀ ਆਈ ਹੋਈ ਆ ਆਪਣੇ ਦੇਸ਼ ਵਿੱਚ ਉਹ ਵੀ ਨਾਲ ਦੀ ਨਾਲ ਹਟ ਜੂਗੀ। ਠੀਕ ਹੈ, ਇਸ ਤੋਂ ਅੱਗੇ ਆ ਰਿਡਕਸ਼ਨ ਆਫ ਇਨਕੁਆਲਿਟੀਜ਼ ਇਨ ਇਨਕਮ ਐਂਡ ਦਾ ਵੈਲਥ ਕਹਿੰਦੇ ਜਿਹੜੀ ਆਮਦਨ ਅਤੇ ਧਨ ਦੇ ਵਿੱਚ ਅਸਮਾਨਤਾ ਆਉਂਦੀ ਆ ਉਹਦੇ ਵਿੱਚ ਕਮੀ ਆਉਂਦੀ ਹੈ ਪਬਲਿਕ ਐਕਸਪੈਂਡੀਚਰ ਨਾਲ। ਦੇਖੋ ਕਿਵੇਂ, ਦੇਖੋ ਜਦੋਂ ਗਵਰਨਮੈਂਟ ਪਬਲਿਕ ਐਕਸਪੈਂਡੀਚਰ ਕਰਦੀ ਆ ਤਾਂ ਉਹਦੇ ਨਾਲ ਕਿਹਦਾ ਕਲਿਆਣ ਹੁੰਦਾ, ਗਰੀਬਾਂ ਦਾ ਕਲਿਆਣ ਹੁੰਦਾ, ਵੈਲਫੇਅਰ ਆਫ ਪੂਰਸ ਮਤਲਬ ਗਰੀਬਾਂ ਦਾ ਕਲਿਆਣ ਹੋਊਗਾ ਜਦੋਂ ਕੀ ਹੈ ਸਰਕਾਰ ਪਬਲਿਕ ਐਕਸਪੈਂਡੀਚਰ ਕਰਦੀ ਹੈ, ਪਬਲਿਕ ਤੇ ਖਰਚੇ ਕਰਦੀ ਹੈ। ਠੀਕ ਹੈ, ਇਹਦੇ ਨਾਲ ਕੀ ਹੋ ਜੂਗਾ, ਇਟ ਰਿਡਿਊਸ ਦਾ ਗੈਪ ਬਿਟਵੀਨ ਦਾ ਰਿਚ ਐਂਡ ਦਾ ਪੂਰ। ਇਹਦੇ ਨਾਲ ਕੀ ਆ ਜਿਹੜਾ ਗੈਪ ਆ ਠੀਕ ਹੈ ਗਰੀਬਾਂ ਤੇ ਅਮੀਰਾਂ ਦੇ ਵਿਚਕਾਰ ਠੀਕ ਹੈ ਉਹਦੇ ਵਿੱਚ ਜਿਹੜੀ ਅਸਮਾਨਤਾ ਉਹ ਕੀ ਹੈ ਰਿਡਿਊਸ ਹੋ ਜੂਗੀ, ਘੱਟ ਹੋ ਜੂਗੀ। ਇਸ ਤੋਂ ਅੱਗੇ ਦੇਖੋ ਪ੍ਰਮੋਟਸ ਇਕਨੋਮਿਕ ਵੈਲਫੇਅਰ ਆਰਥਿਕ ਕਲਿਆਣ ਨੂੰ ਪ੍ਰੋਤਸਾਹਨ ਕਰਨਾ ਮਤਲਬ ਇਹ ਕਿਹਨੂੰ ਕਰਦੀ ਹੈ ਇਹਦੇ ਨਾਲ ਇਕਨੋਮਿਕ ਵੈਲਫੇਅਰ ਆ ਉਹਦੇ ਵਿੱਚ ਕੀ ਆ ਵਾਧਾ ਆਉਂਦਾ। ਦੇਖੋ ਜਦੋਂ ਗਵਰਨਮੈਂਟ ਐਕਸਪੈਂਡੀਚਰ ਕਰਦੀ ਆ ਕਾਹਦੇ ਤੇ ਕਰਦੀ ਹੈ, ਵੈਲਥ ਤੇ ਕਰੂਗੀ। ਠੀਕ ਹੈ, ਪੋਵਰਟੀ ਘੱਟ ਕਰਨ ਦੇ ਲਈ ਐਜੂਕੇਸ਼ਨ ਤੇ ਕਰਦੀ ਹੈ। ਠੀਕ ਹੈ, ਜਾਂ ਫਿਰ ਕੀ ਹੈ ਇਕਨੋਮਿਕ ਵੈਲਫੇਅਰ ਹੁੰਦਾ ਉਹਦੇ ਨਾਲ। ਠੀਕ ਹੈ, ਦੇਖੋ ਹੁਣ ਇਹ ਕਿਵੇਂ ਆ, ਦੇਖੋ ਜਦੋਂ ਗਵਰਨਮੈਂਟ ਕੀ ਆ ਹੈਲਥ ਤੇ ਖਰਚਾ ਕਰੂਗੀ, ਜਦੋਂ ਸਿਹਤ ਦੇ ਲੋਕ ਵਧੀਆ ਹੋਣਗੇ ਠੀਕ ਹੈ ਤੇ ਪਾਵਰਟੀ ਘੱਟ ਹੋ ਜੂਗੀ। ਠੀਕ ਹੈ, ਇਸ ਤੋਂ ਬਿਨਾਂ ਜਦੋਂ ਕੀ ਆ ਲੋਕਾਂ ਨੂੰ ਵਧੀਆ ਐਜੂਕੇਸ਼ਨ ਮਿਲੂਗੀ ਤਾਂ ਉਹ ਕੀ ਆ ਐਜੂਕੇਸ਼ਨ ਤੌਰ 'ਤੇ ਸਟਰੋਂਗ ਹੋ ਜਾਣਗੇ। ਠੀਕ ਹੈ, ਆਪਣੇ ਆਪ ਉਹ ਪੈਸੇ ਕਮਾਉਣ ਜੋਗੇ ਹੋ ਜਾਣਗੇ। ਠੀਕ ਹੈ, ਇਹਨਾਂ ਸਾਰੀਆਂ ਚੀਜ਼ਾਂ 'ਤੇ ਕੀ ਆ ਕਿਹਨੂੰ ਪ੍ਰਮੋਟ ਕਰਦੀਆਂ ਇਹ ਸਾਰੀਆਂ ਚੀਜ਼ਾਂ, ਇਹਨਾਂ ਚੀਜ਼ਾਂ 'ਤੇ ਖਰਚ ਕਰਨ ਦੇ ਨਾਲ ਕੀ ਹੋਊਗਾ ਇਕਨੋਮਿਕ ਵੈਲਫੇਅਰ ਦੇ ਵਿੱਚ ਕੀ ਆ ਵਾਧਾ ਹੋਊਗਾ, ਇਹ ਇਨਕਰੀਜ਼ ਹੋਊਗਾ ਇਹਦੇ ਵਿੱਚ। ਤਾਂ ਕਰਕੇ ਇਹਦੇ ਨਾਲ ਕੀ ਆ ਇਕਨੋਮਿਕ ਜਿਹੜਾ ਪਬਲਿਕ ਐਕਸਪੈਂਡੀਚਰ ਦੇ ਨਾਲ ਆਰਥਿਕ ਕਲਿਆਣ ਨੂੰ ਪ੍ਰੋਤਸਾਹਨ ਮਿਲਦਾ, ਇਹਦੇ ਵਿੱਚ ਕੀ ਆ ਵਾਧਾ ਆਉਂਦਾ। ਐਂਡ ਲਾਸਟ ਵਨ ਇਜ਼ ਪ੍ਰਾਈਜ਼ ਸਟੇਬਿਲਿਟੀ। ਠੀਕ ਹੈ, ਕੀਮਤ ਦੇ ਵਿੱਚ ਸਥਿਰਤਾ ਆ ਜਾਂਦੀ ਹੈ। ਕਹਿੰਦੇ ਪ੍ਰਾਈਜ਼ ਇਨਸਟੇਬਿਲਿਟੀ ਲੀਡਸ ਟੂ ਇਨਫਲੇਸ਼ਨ ਔਰ ਡੀਫਲੇਸ਼ਨ। ਕਹਿੰਦੇ ਜੇ ਪ੍ਰਾਈਜ਼ ਦੇ ਵਿੱਚ ਅਸਥਿਰਤਾ ਆ ਜੂਗੀ, ਇਨਸਟੇਬਿਲਿਟੀ ਆ ਜੂਗੀ, ਵੱਧਦਾ ਘਟਦਾ ਰਹੂਗਾ ਪ੍ਰਾਈਜ਼, ਓਬਵੀਅਸਲੀ ਅਭੀ ਉਹਦੇ ਵਿੱਚ ਇਨਫਲੇਸ਼ਨ ਆ ਸਕਦੀ ਹੈ ਜਾਂ ਫਿਰ ਡੀਫਲੇਸ਼ਨ ਆ ਸਕਦੀ ਹੈ। ਸੋ ਕੀ ਆ ਪਬਲਿਕ ਐਕਸਪੈਂਡੀਚਰ ਹੈਲਪਸ ਟੂ ਅਚੀਵ ਦਿਸ objective by keeping proper control over the money supply। ਕਹਿੰਦੇ ਕੀ ਆ ਪਬਲਿਕ ਐਕਸਪੈਂਡੀਚਰ ਕਾਹਦੇ ਵਿੱਚ ਹੈਲਪ ਕਰਦਾ, ਕਹਿੰਦੇ ਇਹ ਵਾਲਾ ਜਿਹੜਾ ਆਬਜੈਕਟ ਆ ਇਹ ਵਾਲਾ ਉਦੇਸ਼ ਆ ਵੀ ਪ੍ਰਾਈਜ਼ ਸਟੇਬਿਲਿਟੀ ਨੂੰ ਬਣਾਈ ਰੱਖਣਾ, ਪ੍ਰਾਈਜ਼ ਦੇ ਵਿੱਚ ਸਥਿਰਤਾ ਬਣਾਈ ਰੱਖਣਾ। ਠੀਕ ਹੈ, ਇਹਨੂੰ ਬਣਾਈ ਰੱਖਣ ਵਾਲਾ ਉਦੇਸ਼ ਪੂਰਾ ਕਰ ਦਿੰਦੀ ਹੈ। ਕਿਵੇਂ ਪੂਰਾ ਕਰਦੀ ਆ, ਕਿਹਨੂੰ ਕੰਟਰੋਲ ਕਰਕੇ, ਮਨੀ ਸਪਲਾਈ ਨੂੰ। ਆਪਣੇ ਦੇਸ਼ ਵਿੱਚ ਜੋ ਵੀ ਕਹਿੰਦੇ ਮਨੀ ਦੀ ਸਪਲਾਈ ਹੋ ਰਹੀ ਆ, ਮਨੀ ਦੀ ਪੂਰਤੀ ਹੋ ਰਹੀ ਆ ਠੀਕ ਹੈ ਉਹਨੂੰ ਕੰਟਰੋਲ ਕਰਕੇ ਹੀ ਕੀ ਆ ਉਹ ਇਹ ਵਾਲੇ ਜਿਹੜਾ ਪ੍ਰਾਈਜ਼ ਸਟੇਬਿਲਿਟੀ ਵਾਲਾ ਜਿਹੜਾ ਆਬਜੈਕਟਿਵ ਆ ਉਹਨੂੰ ਕੀ ਆ ਪਾ ਸਕਦੀ ਹੈ। ਸੋ ਆਪਣੇ ਜਿਹੜੇ ਇੰਪੋਰਟੈਂਸ ਆ ਇੱਥੇ ਖਤਮ ਹੋ ਜਾਂਦੀ ਹੈ। ਠੀਕ ਹੈ, ਥੈਂਕ ਯੂ ਸਟੂਡੈਂਟਸ।